नानक होत निहाल। गुरु रूप सन्मान जोग, गुरु की साजी हुई गुरु प्यारी संगत जी। गुरु महाराज ने खुशियां बख्शियां ने, अमृत वेले दी पावन पवित्र दात बख्शिश करके साडी झोली दे विच पाई है। गुरबाणी दी विचार नूं आरंभ करन तों प्रथम प्यार अदब ते सत्कार दे नाल आखना करिए जी, वाहिगुरु जी का खालसा, वाहिगुरु जी की फतेह। अज दा जो पावन बचन है, ये बहुत ही प्यारे भगत जी जिन्हों ने ऐसे भेखी लोगों के गढ़ विच जाके जिन्हों बनारस कहते हैं, जो धर्म के भेखी लोग सन, उन्हां दे कपट नूं बाहर लैके आंदा ते दुनिया के लोगों अगे रखिया, जिन्हां नूं भगत कबीर साहिब जी कहते हैं। उन्हां दा जिहड़ा हुक्मनामा है, बहुत ही रमज दे विच आप जी ने यह आख्या कि केवल धार्मिक पुस्तकां नूं कोई उपरों पढ़ेगा, उन्हां दा फिर कोई लाभ नहीं पढ़न दा। पढ़न दे विच भी बड़ा फर्क हुंदा। एक हुंदा सिर्फ बाणी नूं पढ़ना ते पढ़ के छड्ड देना, या दिखाउण लई पढ़ना कि मैं पढ़ रहा। एक आ कि पढ़नी भावें एक पंगती आ, पर उहदे ते अमल कमाउणा, उहनूं प्यार नाल पढ़ना, उहनूं शौक नाल पढ़ना। शौक की गल आ सारी, जिहनूं भाई नंद लाल जी आखदे आ कि एक एक सवास विच ही जदों सिमरन आ जावे, सारी उम्र भावें गुजर चुकी होवे, पर फिर भी एक सवास शौक दे नाल वाहिगुरू दे सिमरन नूं कोई पा लवे, उहनूं इत्थे ही खुशियां ने। सारी उम्र भावें किसी दी बीत चुकी होवे, लंघ चुकी होवे, कोई बजुर्ग हो गया होवे, फिर भी कोई शौक दे नाल पूरे मन दे नाल, पूरे दिल दे नाल एक बार भी वाहिगुरू कह लवे, पर उहदा पूरा उहदे विच दिल होवे, शौक होवे, फिर उहो जे बंदे नूं सब कुछ इसे जहान चों मिल जाएगा। इत्थे ही सारियां खुशियां ने। इस करके तां कहंदे आ कि मैनूं अपने प्रेम दा प्याला बख्श हे वाहिगुरू, जिहदे नाल दिलां ते रंग चढ़दा है, जिहदे नाल सानूं मस्ती आउंदी आ, जिस मस्ती दे अगे शराब दा नशा कुछ भी नहीं। अज भगत कबीर जी जो आख रहे आ, क्या पढ़िए क्या गुणिए, क्या वेद पराना सुनिए, पढ़े सुने क्या होई, जो सहज न मिलियो सोई। ये सोरठ राग दे विच शब्द है भगत कबीर जी का। 655 अंग तो आरंभ हो के 656 अंग ते संपूर्ण हो जाता है। क्या पढ़िए क्या गुणिए। जे कोई इंसान धार्मिक पुस्तकां नूं पढ़दा है, पढ़न दे नाल नाल फिर दिखावा भी करदा कि मैं पढ़ रहा, तां चीज़ां नूं, वेदां नूं, पुराणां नूं, सिमरतियां नूं सुणदा भी आ। क्या वेद पुराना सुणीए,
ਉੱਪਰੋਂ ਉੱਪਰੋਂ ਸੁਣ ਰਿਹਾ, ਉੱਪਰੋਂ ਉੱਪਰੋਂ ਪੜ੍ਹ ਰਿਹਾ, ਪਰ ਉਹਨਾਂ ਦਾ ਵਿਸ਼ਲੇਸ਼ਣ ਜਿਹੜਾ ਐਨਾਲਾਈਜ਼ ਦਾ ਵਿਸ਼ਲੇਸ਼ਣ ਜਿਹੜਾ ਉਹ ਨਹੀਂ ਕਰ ਰਿਹਾ, ਸਿਰਫ ਪੜ੍ਹ ਰਿਹਾ, ਸਿਰਫ ਸੁਣ ਰਿਹਾ, ਇਹਨੂੰ ਅੱਗੇ ਨਹੀਂ ਵੱਧ ਰਿਹਾ। ਪੜ੍ਹੇ ਸੁਣੇ ਕਿਆ ਹੋਈ ਉਹਨਾਂ ਲਈ ਆ। ਪੜ੍ਹਨ ਤੇ ਸੁਣਨ ਦੇ ਨਾਲ ਕੁਝ ਵੀ ਨਹੀਂ ਬਦਲੇਗਾ, ਫਿਰ ਬੰਦੇ ਦੇ ਅੰਦਰ ਬਦਲਾਵ ਜਿਹੜਾ ਹੁੰਦਾ ਉਹ ਨਹੀਂ ਆਵੇਗਾ। ਜੋ ਸਹਿਜ ਨਾ ਮਿਲਿਓ ਸੋਈ। ਇੱਦਾਂ ਪੜ੍ਹਨ ਸੁਣਨ ਦਾ ਕੀ ਲਾਭ ਜੇ ਇਨਸਾਨ ਦੇ ਵਿੱਚ ਸਹਿਜ ਜਾਂ ਟਿਕਾ ਹੀ ਨਹੀਂ ਆਉਂਦਾ, ਤਾਂ ਕਿਸ ਤਰ੍ਹਾਂ ਉਹ ਪੂਰਾ ਹੋ ਸਕੇਗਾ। ਪੜ੍ਹਨ ਵਿੱਚ ਵੀ ਸੁਣਨ 'ਚ ਵੀ ਅੰਤਰ ਆ। ਹਰ ਕਾ ਨਾਮ ਨਾ ਜਪਸ ਗਵਾਰਾ। ਹੇ ਮੂਰਖ ਬੰਦੇ, ਤੂੰ ਵਾਹਿਗੁਰੂ ਦਾ ਨਾਮ ਕਿਉਂ ਨਹੀਂ ਜਪਦਾ? ਭਗਤ ਕਬੀਰ ਜੀ ਕਹਿੰਦੇ ਆ, ਕਿਉਂ ਤੂੰ ਭੇਖਾਂ ਦੇ ਵਿੱਚ ਪੈਨਾ ਹੈ, ਕਿਉਂ ਤੂੰ ਵਿਖਾਵਿਆਂ ਵਿੱਚ ਪੈਨਾ, ਇਤਨੇ ਪਖੰਡਾਂ ਨੂੰ ਤੂੰ ਕਿਉਂ ਲੋਚਦਾ, ਇਹਨਾਂ ਨਾਲ ਤੂੰ ਕਿਉਂ ਪ੍ਰੀਤ ਪਾਉਣਾ, ਵਹਿਮਾਂ ਭਰਮਾਂ ਦੇ ਨਾਲ ਤੂੰ ਹਰ ਕਾ ਨਾਮ ਨਾ ਜਪਸ ਗਵਾਰਾ। ਹਰੀ ਦੇ ਨਾਮ ਨੂੰ ਕਿਉਂ ਨਹੀਂ ਜਪਦਾ? ਕਿਆ ਸੋਚੇ ਬਾਰੰਬਾਰਾ। ਬਾਰ ਹੋਰ ਸੋਚਾਂ ਵਿੱਚ ਕਿਉਂ ਪੈਣਾ ਹੈ? ਹੋਰ ਸੋਚਾਂ ਕਿਉਂ ਸੋਚਦਾ ਵਾਰ ਹਰੀ ਦੇ ਨਾਮ ਨੂੰ ਕਿਉਂ ਨਹੀਂ ਜਪਦਾ? ਤੂੰ ਗਵਾਰ ਬਣ ਰਿਹਾ, ਮੂਰਖ ਬਣ ਰਿਹਾ। ਹੋਰ ਸੋਚਾਂ ਨੂੰ ਸੋਚੀ ਜਾਂਦਾ, ਮੁੜ ਕੇ ਉਹੀ ਗੱਲਾਂ ਸੋਚੀ ਜਾਂਦਾ, ਪਰ ਵਾਹਿਗੁਰੂ ਦੇ ਨਾਮ ਨੂੰ ਤੂੰ ਮੁੜ ਕੇ ਯਾਦ ਨਹੀਂ ਕਰ ਪਾਉਂਦਾ। ਉਹ ਤੈਨੂੰ ਔਖਾ ਲੱਗਦਾ। ਹੋਰ ਬਹੁਤ ਸਾਰੀਆਂ ਕੂੜ ਗੱਲਾਂ ਨੇ, ਉਹਨਾਂ ਨੂੰ ਮੁੜ ਤੂੰ ਯਾਦ ਰੱਖਦਾ। ਤਾਂ ਇਹ ਬਹੁਤ ਭਗਤ ਕਬੀਰ ਜੀ ਨੇ ਪਿਆਰ ਦੇ ਨਾਲ ਸਾਨੂੰ ਸਮਝਾਇਆ ਹੈ। ਕਿਆ ਪੜ੍ਹੀਏ ਕਿਆ ਗੁਣੀਏ, ਕੇਵਲ ਪੜ੍ਹਨਾ, ਕੇਵਲ ਸੁਣਨਾ, ਉੱਪਰੋਂ ਇਹਦੇ ਨਾਲ ਕੋਈ ਵੀ ਤਬਦੀਲੀ ਇਨਸਾਨ ਦੀ ਜ਼ਿੰਦਗੀ 'ਚ ਆ ਨਹੀਂ ਸਕਦੀ। ਜਿੰਨਾ ਤੁਸੀਂ ਮਰਜ਼ੀ ਪੜ੍ਹੀ ਚੱਲੋ, ਜਿੰਨਾ ਮਰਜ਼ੀ ਸੁਣੀ ਚੱਲੋ, ਜੇ ਸ਼ੌਂਕ ਨਹੀਂ ਵਿੱਚ, ਜੇ ਦਿਲ ਨਹੀਂ ਵਿੱਚ, ਕੁਝ ਵੀ ਤੁਹਾਨੂੰ ਸਿੱਖਣ ਨੂੰ ਨਹੀਂ ਮਿਲੇਗਾ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਮਹਾਤਮਾ ਬੁੱਧ ਜੀ ਦੇ ਪਾਸ ਕੋਈ ਚੱਲ ਕੇ ਆਇਆ, ਨੌਜਵਾਨ ਸੀ। ਮਹਾਤਮਾ ਬੁੱਧ ਜੀ ਨੂੰ ਕਹਿਣ ਲੱਗਾ, ਆਪ ਜੀ ਦੇ ਬਾਰੇ ਬਹੁਤ ਕੁਝ ਸੁਣਿਆ, ਸੁਣ ਕੇ ਦਿਲ ਕੀਤਾ ਕਿ ਤੁਹਾਨੂੰ ਮਿਲਾਂ ਤੇ ਤੁਹਾਡੇ ਬਚਨਾਂ ਨੂੰ ਮੈਂ ਸੁਣਾ। ਕਿਰਪਾ ਕਰੋ, ਮੈਨੂੰ ਕੋਈ ਬਚਨ ਐਸੇ ਸੁਣਾਓ ਜਿਹਦੇ ਨਾਲ ਮੇਰੀ ਜ਼ਿੰਦਗੀ 'ਚ ਬਦਲਾਵ ਆਵੇ, ਚੇਂਜ ਹੋਵੇ। ਬੁੱਧ ਜੀ ਨੇ ਉਹਨੂੰ ਬੈਠਣ ਲਈ ਕਹਿਤਾ, ਉਹਦਾ ਸਵਾਗਤ ਕੀਤਾ, ਉਹਨੂੰ ਜੀ ਆਇਆਂ ਕਿਹਾ, ਬੈਠਣ ਲਈ ਕਿਹਾ। 2-3 ਮਿੰਟ ਬਾਅਦ ਫਿਰ ਉਹ ਆਪਣੇ ਬਚਨ ਜਿਹੜੇ ਆ ਬੋਲਣ ਲੱਗਦੇ ਆ। ਇਹ ਨੌਜਵਾਨ ਕੀ ਕਰਦਾ, ਸੁਣਦਾ ਆਪਣੇ ਪੈਰ ਦੇ ਅੰਗੂਠੇ ਨੂੰ ਹਿਲਾ ਰਿਹਾ। ਜਦੋਂ ਹੀ ਇਹ ਪੈਰ ਦੇ ਅੰਗੂਠੇ ਨੂੰ ਹਿਲਾਉਣਾ ਸ਼ੁਰੂ ਕਰਦਾ, ਮਹਾਤਮਾ ਬੁੱਧ ਚੁੱਪ ਕਰ ਜਾਂਦੇ। ਜਦੋਂ ਇਹ ਅੰਗੂਠਾ ਹਿਲਾਉਣੋਂ ਬੰਦ ਕਰ ਦਿੰਦਾ, ਉਦੋਂ ਫਿਰ ਉਹ ਆਪਣੇ ਪ੍ਰਵਚਨ ਜਿਹੜੇ ਆ ਬੋਲਣੇ ਸ਼ੁਰੂ ਕਰ ਦਿੰਦੇ ਆ। ਫਿਰ ਇਹ ਅੰਗੂਠਾ ਹਿਲਾਉਂਦਾ, ਆਦਤ ਬਣੀ ਸੀ, ਫਿਰ ਉਹ ਰੁਕ ਜਾਂਦੇ ਆ। ਤਾਂ ਇਹ ਪੁੱਛਦਾ ਕਿ ਤੁਸੀਂ ਗੱਲ ਕਹਿੰਦੇ ਰੁਕ ਜਾਂਦੇ ਹੋ, ਉਹਦਾ ਕਾਰਨ ਕੀ ਆ, ਉਹਦਾ ਰੀਜ਼ਨ ਕੀ ਆ? ਤਾਂ ਉਹ ਫਿਰ ਦੱਸਦੇ ਆ, ਬੁੱਧ ਜੀ ਕਹਿੰਦੇ ਅਸਲ ਦੇ ਵਿੱਚ ਪਤਾ ਕੀ ਗੱਲ ਆ, ਤੇਰਾ ਪੂਰਨ ਰੂਪ ਦੇ ਵਿੱਚ ਧਿਆਨ ਨਹੀਂ ਹੈਗਾ। ਇਹਨਾਂ ਗੱਲਾਂ ਨੂੰ ਸੁਣਨ ਵਿੱਚ ਤੇਰਾ ਧਿਆਨ ਹਜੇ ਸਰੀਰ 'ਚ ਹੀ ਆ। ਬਿਨ ਗਾਹਕ ਗੁਣ ਵੇਚੀਏ, ਬਿਨਾ ਗੁਣਾ ਤੋਂ ਇਨਸਾਨ ਜਿਹੜਾ ਹੈ ਉਹਦੇ ਅੰਦਰ ਭਗਤੀ ਨਹੀਂ ਹੋ ਸਕਦੀ। ਪਰ ਜੇ ਆਪਾਂ ਉਹ ਬੰਦੇ ਅੱਗੇ ਆਪਦੇ ਗੁਣ ਰੱਖੀਏ ਜਿਹੜਾ ਉਹਨਾਂ ਦਾ ਗਾਹਕ ਨਹੀਂ ਹੈਗਾ, ਫਿਰ ਉਹ ਗੁਣ ਦੀ ਕਦਰ ਨਹੀਂ ਪੈਂਦੀ। ਵਿਣ ਗਾਹਕ ਗੁਣ ਵੇਚੀਏ, ਤੋ ਗੁਣ ਸੁਹੱਗੋ ਜਾਏ, ਗੁਣ ਕਾ ਗਾਹਕ ਜੇ ਮਿਲੇ, ਤੋ ਗੁਣ ਲਾਖ ਵਿਕਾਏ।
ਮਹਾਤਮਾ ਬੁੱਧ ਜੀ ਕਹਿਣ ਲੱਗੇ ਉਸ ਸੱਜਣ ਨੂੰ, ਉਸ ਨੌਜਵਾਨ ਨੂੰ, ਕਿ ਜਦੋਂ ਹੀ ਮੈਂ ਕੋਈ ਗੱਲ ਸ਼ੁਰੂ ਕਰਦਾ ਉਸ ਵਕਤ ਤੇਰਾ ਅੰਗੂਠਾ ਹਿੱਲਣ ਲੱਗ ਜਾਂਦਾ। ਭਾਵ ਕਿ ਤੇਰੀ ਸੁਰਤੀ ਹਜੇ ਸਰੀਰ 'ਚ ਹੀ ਆ, ਸੁਣਨ 'ਚ ਨਹੀਂ ਹੈਗੀ। ਨਹੀਂ ਤਾਂ ਤੂੰ ਐਸੇ ਤਰੀਕੇ ਨਾਲ ਸੁਣ, ਆਪਦੇ ਸਰੀਰ ਨੂੰ ਭੁੱਲ ਜਾ, ਸਾਰੇ ਸਰੀਰ ਨੂੰ ਭੁੱਲ ਕੇ ਇਤਨਾ ਚੇਤਨ ਹੋ ਕੇ ਸੁਣੇਗਾ ਤੇ ਕੁਝ ਤਬਦੀਲੀ ਤੇਰੇ 'ਚ ਆਵੇਗੀ। ਹਜੇ ਤੂੰ ਸੁਣਨਾ ਹੀ ਸਿੱਖ, ਹਜੇ ਤੂੰ ਕਿਸ ਤਰ੍ਹਾਂ ਪੜ੍ਹਨਾ ਹੈ ਧਾਰਮਿਕ ਪੁਸਤਕਾਂ ਨੂੰ ਉਹ ਸਿੱਖ, ਫਿਰ ਤੂੰ ਅੱਗੇ ਵੱਧ ਪਾਵੇਂਗਾ। ਤਾਂ ਸੁਣਨ ਦਾ ਅਤੇ ਪੜ੍ਹਨ ਦਾ ਕੋਈ ਤਰੀਕਾ ਹੁੰਦਾ ਚੀਜ਼ ਨੂੰ। ਇੱਕ ਇਹ ਤਰੀਕਾ ਵਾ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਐ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀਐ ਖਾਤ, ਪੜ੍ਹੀਐ ਜੇਤੇ ਬਰਸ ਬਰਸ, ਪੜ੍ਹੀਐ ਜੇਤੇ ਮਾਸ। ਪੜ੍ਹੀ ਚੱਲੋ ਇਵੇਂ, ਕੀ ਆਊਗਾ ਇਹਨਾਂ ਪੜ੍ਹਨ ਦੇ ਨਾਲ? ਹਉਮੈ ਆਊਗੀ। ਨਾਨਕ ਲੇਖੈ ਇੱਕ ਗੱਲ ਹੋਰ, ਹਉਮੈ ਝਖਣਾ ਝਾਕ। ਇਵੇਂ ਹਉਮੈ ਆਊਗੀ, ਇਸ ਤਰ੍ਹਾਂ ਹਉਮੈ ਆਊਗੀ ਪੜ੍ਹਨ ਦੇ ਨਾਲ। ਇੱਕ ਇਵੇਂ ਪੜ੍ਹਨਾ, ਗੁਰ ਪ੍ਰਸਾਦੀ ਵਿਦਿਆ ਵਿਚਾਰੈ, ਪੜ੍ਹ ਪੜ੍ਹ ਪਾਵੇ ਮਾਣ। ਇੱਕ ਇੱਦਾਂ ਦਾ ਪੜ੍ਹਨਾ। ਪੜ੍ਹਨ 'ਚ ਬਹੁਤ ਫਰਕ ਆ। ਕਿਆ ਪੜ੍ਹੀਐ, ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ। ਸੁਣਨ 'ਚ ਵੀ ਬਹੁਤ ਫਰਕ ਆ, ਅੰਤਰ ਆ। ਪੜ੍ਹਨ 'ਚ ਵੀ ਬੜਾ ਫਰਕ ਆ। ਗੁਰਮੁਖ ਪੜ੍ਹ ਰਿਹਾ ਬਾਣੀ ਹੋਰ ਤਰੀਕਾ ਵਾ, ਆਮ ਬੰਦਾ ਪੜ੍ਹ ਰਿਹਾ ਹੋਰ ਵਜ੍ਹਾ। ਕੋਈ ਮੰਗ ਹੋ ਸਕਦੀ ਆ, ਉੱਪਰੋਂ ਵਿਖਾਵਾ ਹੋ ਸਕਦਾ, ਭੇਖ ਹੋ ਸਕਦਾ, ਕੁਝ ਵੀ ਹੋ ਸਕਦਾ। ਗੁਰਮੁਖ ਨੇ ਜਦੋਂ ਪੜ੍ਹਨੀ ਆ ਉਹਨੂੰ ਸ਼ੌਂਕ ਨਾਲ ਪੜ੍ਹਨੀ ਆ, ਸ਼ੌਂਕ। ਬਾਕੀ ਚੀਜ਼ਾਂ ਦਾ ਆਪਾਂ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਜੇ ਇਹ ਸ਼ੌਂਕ ਲੱਗ ਜੇ ਬਾਣੀ ਤੇ ਭਜਨ ਸਿਮਰਨ ਵਾਲਾ, ਇਹਨੂੰ ਦੁਨੀਆ 'ਚ ਚੰਗਾ ਕੋਈ ਸ਼ੌਂਕ ਨਹੀਂ ਹੈਗਾ ਹੋਰ। ਪਰ ਇਹ ਸ਼ੌਂਕ ਕਿਸੇ ਕਿਸੇ ਨੂੰ ਹੁੰਦਾ ਪੈਦਾ। ਕਰੋੜਾਂ ਪਿੱਛੋਂ ਕੋਈ ਇੱਕ ਆ ਜਿਹਨੂੰ ਨਾਮ ਤੇ ਸਿਮਰਨ ਕਰਨ ਦਾ ਸ਼ੌਂਕ ਆ, ਕਰੋੜਾਂ 'ਚੋਂ ਕੋਈ ਇੱਕ ਆ। ਹਰ ਬੰਦੇ ਨੇ ਸ਼ੌਂਕ ਪਾਲਿਆ ਨਹੀਂ, ਇਹ ਨਾ ਹੀ ਕਿਸੇ ਦੇ ਵੱਸ ਦੀ ਗੱਲ ਆ। ਹਰ ਕਾ ਨਾਮ ਨ ਜਪਸ ਗਵਾਰਾ। ਤਾਂ ਮਹਾਤਮਾ ਬੁੱਧ ਜੀ ਉਸ ਨੌਜਵਾਨ ਨੂੰ ਕਹਿੰਦੇ ਆ, ਜਦੋਂ ਹੀ ਮੈਂ ਕੋਈ ਗੱਲ ਸ਼ੁਰੂ ਕਰਨ ਲੱਗਦਾ ਉਦੋਂ ਤੇਰੇ ਪੈਰ ਦਾ ਅੰਗੂਠਾ ਹਿੱਲਦਾ। ਇਸ ਕਰਕੇ ਮੈਂ ਚੁੱਪ ਕਰ ਜਾਂਦਾ ਕਿ ਪਹਿਲਾਂ ਤੂੰ ਉਹਨੂੰ ਹਿਲਾ ਕੇ ਅੰਗੂਠੇ ਨੂੰ ਰੁਕ, ਮਨ ਟਿਕੇਗਾ ਫੇਰ ਹੀ ਗੱਲ ਅੱਗੇ ਤੁਰੇਗੀ ਨਾ। ਤੇਰਾ ਸਰੀਰ ਹੀ ਨਹੀਂ ਟਿਕ ਰਿਹਾ, ਤੇਰਾ ਤਾਂ ਸਰੀਰ ਹੀ ਨਹੀਂ ਟਿਕ ਰਿਹਾ, ਤੇਰਾ ਮਨ ਕਿਵੇਂ ਟਿਕੇਗਾ? ਪਹਿਲਾਂ ਸਰੀਰ ਨੂੰ ਟਿਕਾਉਣਾ ਸਿੱਖ। ਜਦੋਂ ਕਿਸੇ ਨੂੰ ਸੁਣਨਾ ਹੋਵੇ ਆਪਦੇ ਸਰੀਰ ਨੂੰ ਟਿਕਾ 'ਚ ਲੈ ਕੇ ਆ, ਸਹਿਜ ਵਿੱਚ ਆ, ਫਿਰ ਤੈਨੂੰ ਕੁਝ ਸਮਝ ਪਊਗੀ। ਤਾਂ ਨਹੀਂ ਫਿਰ ਕੀ ਹੋਊਗਾ? ਪੜ੍ਹਨ ਸੁਣਨ ਦੇ ਨਾਲ ਕੁਝ ਨਹੀਂ ਹੋਊਗਾ। ਪੜ੍ਹੇ ਸੁਣੇ ਕਿਆ ਹੋਈ। ਪੜ੍ਹਨ ਸੁਣਨ ਨਾਲ ਕੀ ਹੁੰਦਾ? ਜੋ ਸਹਿਜ ਨਾ ਮਿਲੇ ਉਹ ਸੋਈ। ਉਦੋਂ ਬੰਦੇ ਨੂੰ ਸਹਿਜ ਹੀ ਨਹੀਂ ਆਇਆ। ਤੁਸੀਂ ਵੇਖਿਓ ਆਪਦੀ ਜ਼ਿੰਦਗੀ 'ਚ, ਤੁਹਾਡਾ ਤਜਰਬਾ ਉਮਰ ਦੇ ਹਿਸਾਬ ਨਾਲ ਮੇਰੇ ਤੋਂ ਬਹੁਤ ਵੱਧ ਹੋਊਗਾ, ਬਹੁਤ ਜ਼ਿਆਦਾ। ਤੁਸੀਂ ਕਈ ਐਸੇ ਦੇਖੇ ਹੋਣਗੇ ਪੁਰਸ਼ ਸੱਜਣ ਜੋ ਬਾਣੀ ਨੂੰ ਬਹੁਤ ਪੜ੍ਹਦੇ ਆ। ਹੋ ਸਕਦਾ ਉਹਨਾਂ ਨੂੰ ਕੰਠ ਵੀ ਹੋਵੇ, ਪਰ ਉਹਨਾਂ ਦਾ ਸੁਭਾਅ ਉਵੇਂ ਹੀ ਹੁੰਦਾ, ਫਰਕ ਨਹੀਂ ਪੈਂਦਾ। ਬਾਣੀ ਕੰਠ ਕਰਨੀ ਬਹੁਤ ਚੰਗੀ ਗੱਲ ਆ, ਬਹੁਤ। ਇੱਕ ਦੁਨੀਆ ਦੀਆਂ ਚੰਗੀਆਂ ਆਦਤਾਂ 'ਚੋਂ ਸਭ ਤੋਂ ਚੰਗੀ ਆਦਤ ਆ ਬਾਣੀ ਪੜ੍ਹਨੀ ਤੇ ਬਾਣੀ ਕੰਠ ਕਰਨੀ। ਇਹਨੂੰ ਇੱਕ ਪਾਸੇ ਰੱਖ ਕੇ ਜੋ ਅੱਜ ਵਿਸ਼ਾ ਹੈ ਉਹ ਹੋਰ ਆ, ਪਰ ਉਹਨੂੰ ਕੰਠ ਕਰਕੇ, ਉਹਨੂੰ ਪੜ੍ਹ ਕੇ ਵੀ ਬੰਦਾ ਜੇ ਨਹੀਂ ਬਦਲ ਰਿਹਾ ਤੇ ਗੱਲ ਸਾਫ਼ ਆ ਕਿ ਉਹ ਜਦੋਂ ਬਾਣੀ ਪੜ੍ਹਦਾ ਉਹਦੇ ਵਿੱਚ ਮਨ ਨਹੀਂ ਹੁੰਦਾ। ਗੱਲ ਅੱਜ ਇਹ ਹੋ ਰਹੀ ਆ, ਕਿਆ ਪੜ੍ਹੀ ਹੈ ਕਿਆ ਸੁਣੀ ਹੈ, ਪੜ੍ਹੇ ਸੁਣੇ ਕਿਆ ਹੋਈ। ਕੀ ਹੋ ਜੂ ਪੜ੍ਹਨ ਸੁਣਨ ਨਾ, ਜੋ ਸਹਿਜ ਨਾ ਮਿਲੇ ਉਹ ਸੋਈ। ਜੇ ਤੈਨੂੰ ਸਹਿਜ ਨਾ ਆਇਆ, ਅੱਜ ਵਿਸ਼ਾ ਇਹ ਆ। ਤੁਸੀਂ ਬਹੁਤ ਵੇਖੇ ਹੋਣਗੇ ਸੱਜਣ ਕੋਈ, ਤੇ ਐਸੇ ਵੀ ਕਈ ਹੁੰਦੇ ਆ ਉਹ ਬਿਲਕੁਲ ਆਰਾਮ ਦੇ ਨਾਲ ਇੱਕ ਪੰਗਤੀ ਪੜ੍ਹਦੇ ਆ ਸਿਰਫ, ਪਰ ਉਹ ਸਹਿਜ ਹੋ ਜਾਂਦੇ ਆ। ਗੱਲ ਹੁਣ ਇੱਥੇ ਆ ਕੇ ਟਿਕਦੀ ਆ ਕਿ ਪੜ੍ਹਨ ਦਾ ਤਰੀਕਾ ਉਹਨੇ ਕਿਹੜਾ ਅਪਣਾਇਆ ਹੈ। ਸ਼ੌਂਕ ਦੇ ਨਾਲ ਕੋਈ ਪੜ੍ਹ ਰਿਹਾ, ਉੱਪਰੋਂ ਕੋਈ ਪੜ੍ਹ ਰਿਹਾ, ਵਿਖਾਵੇ ਲਈ ਕੋਈ ਪੜ੍ਹ ਰਿਹਾ, ਕਿ ਵੈਸੇ ਹੀ ਟਾਈਮ ਪੂਰਾ ਕਰਨ ਲਈ ਪੜ੍ਹ ਰਿਹਾ। ਕਿਸ ਤਰ੍ਹਾਂ ਉਹ ਪੜ੍ਹ ਰਿਹਾ, ਇਹ ਗੱਲ ਮਾਇਨੇ ਰੱਖਦੀ ਹੈ।
ਕਿਹੜਾ ਉਹਨੇ ਤਰੀਕਾ ਅਪਣਾਇਆ, ਜਿਹਨੂੰ ਭਾਈ ਨੰਦ ਲਾਲ ਸਾਹਿਬ ਜੀ ਇਹ ਆਖਦੇ ਆ, ਬੰਦਿਆ ਭਾਵੇਂ ਤੇਰੀ ਸਾਰੀ ਉਮਰ ਲੰਘ ਜਾਵੇ, ਗੁਜ਼ਰ ਜਾਵੇ, ਤੂੰ ਬੁੱਢਾ ਹੋ ਜਾਏ, ਬਜ਼ੁਰਗ ਹੋ ਜਾਏ, ਪਰ ਸ਼ੌਂਕ ਦੇ ਨਾਲ ਜੇ ਤੂੰ ਫਿਰ ਵੀ ਇੱਕ ਵਾਰ ਵਾਹਿਗੁਰੂ ਕਹਿ ਲਿਆ ਤਾਂ ਸਮਝ ਨਹੀਂ ਸਾਰੀਆਂ ਖੁਸ਼ੀਆਂ ਤੈਨੂੰ ਇੱਥੇ ਹੀ ਮਿਲ ਗਈਆਂ, ਕਿਤੇ ਜਾਣ ਦੀ ਤੈਨੂੰ ਲੋੜ ਨਹੀਂ। ਗੱਲ ਸ਼ੌਂਕ ਦੀ ਆ, ਇਹ ਵੀ ਇੱਕ ਸ਼ੌਂਕ ਆ। ਇਹਨੂੰ ਨੰਦ ਲਾਲ ਜੀ ਆਪਣੀ ਚੌਥੀ ਗਜ਼ਲ ਵਿੱਚ ਸ਼ੌਂਕ ਕਹਿੰਦੇ। ਅੰਧਿਆਰੇ ਦੀਪਕ ਚਹੀਏ, ਅੰਧਿਆਰੇ ਦੀਪਕ ਚਹੀਏ, ਹਨੇਰਾ ਹੋਵੇ ਤੇ ਬੰਦੇ ਨੂੰ ਦੀਵੇ ਦੀ ਲੋੜ ਪੈਂਦੀ ਹੀ ਆ। ਭਗਤ ਕਬੀਰ ਜੀ, ਹਨੇਰਾ ਹੋਵੇ ਪੜ੍ਹਨ ਵਾਸਤੇ, ਚਾਨਣ ਕਰਨ ਵਾਸਤੇ, ਕੁਝ ਲੱਭਣ ਵਾਸਤੇ, ਕੁਝ ਖੋਜਣ ਵਾਸਤੇ ਦੀਵੇ ਦੀ, ਜਗਦੇ ਹੋਏ ਦੀਵੇ ਦੀ ਲੋੜ ਪੈਂਦੀ ਆ, ਬਲਦੇ ਹੋਏ ਦੀਵੇ ਦੀ ਲੋੜ ਪੈਂਦੀ ਆ। ਜੇ ਬੰਦਾ ਭਟਕਣਾ 'ਚ ਹੋਵੇ, ਭਰਮਾਂ 'ਚ ਹੋਵੇ, ਉਹਨੂੰ ਗੁਰੂ ਦੀ ਲੋੜ ਪੈਂਦੀ ਆ। ਇੱਕ ਬਸਤ ਅਗੋਚਰ ਲਹੀ ਹੈ, ਇੱਕ ਬਸਤ ਅਗੋਚਰ ਲਹੀ ਹੈ, ਤਾਂ ਫਿਰ ਉਹ ਵਸਤ ਜਿਹੜੀ ਆ ਗੁਰੂ ਦੇ ਕੋਲੇ ਆ। ਅਗੋਚਰ ਜਿਹਨੂੰ ਕਹਿੰਦੇ ਆ, ਅਪਹੁੰਚ ਜਿਹੜੀ ਆ, ਬੇਅੰਤਾ ਬੇਅੰਤ ਗੁਣ ਤੇਰੇ, ਉਹ ਗਿਆਨ ਗੁਰੂ ਕੋਲੇ ਆ। ਵਸਤ ਅਗੋਚਰ ਪਾਈ, ਉਹ ਵਸਤੂ ਮੈਨੂੰ ਮਿਲ ਗਈ ਆ, ਘਟ ਦੀਪਕ ਰਿਹਾ ਸਮਾਈ, ਮੇਰੇ ਅੰਦਰੋਂ ਹੀ ਉਹ ਲੱਭੀ ਆ। ਗਿਆਨ ਮੈਨੂੰ ਅੰਦਰੋਂ ਹੀ ਪ੍ਰਗਟ ਹੋ ਗਿਆ। ਕਹਿ ਕਬੀਰ ਅਬ ਜਾਣਿਆ, ਭਗਤ ਕਬੀਰ ਜੀ ਦਾ ਹੁਕਮਨਾਮਾ ਹੈ। ਕਬੀਰ ਸਾਹਿਬ ਜੀ ਕਹਿੰਦੇ ਮੈਂ ਜਾਣ ਗਿਆ ਹਾਂ ਸੱਚ, ਜਬ ਜਾਣਿਆ ਤੋ ਮਨ ਮਾਨਿਆ। ਜਦੋਂ ਸੱਚ ਜਾਣਿਆ, ਜਿਹੜਾ ਮਨ ਮੰਨਦਾ ਨਹੀਂ ਸੀ ਉਹ ਮੰਨ ਗਿਆ। ਜਿਹੜਾ ਮਨ ਬਾਹਰ ਹੋਇਆ ਫਿਰਦਾ ਸੀ ਕਹਿਣੇ ਤੋਂ, ਉਹ ਕਹਿਣਾ ਮੰਨਣ ਲੱਗ ਗਿਆ। ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਗ ਨਾ ਭਤੀਜੈ, ਮੇਰਾ ਮਨ ਤਾਂ ਮੰਨ ਗਿਆ। ਚਲੋ ਜੇ ਲੋਕ ਭਤੀਜਦੇ ਆ ਇਹਨਾਂ ਗੱਲਾਂ ਦੇ ਨਾਲ, ਇਹ ਗੁਰੂ ਦੀ ਕਿਰਪਾ। ਨਾ ਭਤੀਜੈ ਤੋ ਕਿਆ ਕੀਜੈ, ਜੇ ਉਹ ਸੱਚ ਨੂੰ ਨਹੀਂ ਮੰਨਦੇ ਫਿਰ ਉਹਨਾਂ ਦਾ ਕੀ ਇਲਾਜ ਹੋ ਸਕਦਾ। ਜਿਹੜੇ ਤਾਂ ਮਨ ਨੂੰ ਮੰਨਦੇ ਆ, ਜਿਨ੍ਹਾਂ ਨੇ ਮਨ ਨੂੰ ਕਹਿਣੇ 'ਚ ਕਰ ਲਿਆ, ਉਹ ਇਹ ਜਾਣਦੇ ਆ ਕਿ ਕਿੰਨਾ ਔਖਾ ਕੰਮ ਸੀ। ਜਦੋਂ ਹੁਣ ਮਨ ਮੰਨ ਗਿਆ, ਜੇ ਉਹ ਸਾਰੀਆਂ ਗੱਲਾਂ ਮੈਂ ਲੋਕਾਂ ਅੱਗੇ ਰੱਖਦਾ, ਲੋਕ ਭਤੀਜਦੇ ਆ, ਇਹ ਗੁਰੂ ਦੀ ਕਿਰਪਾ। ਨਾ ਭਤੀਜੈ ਤੋ ਕਿਆ ਕੀਜੈ, ਜੇ ਮੈਂ ਉਹਨਾਂ ਨੂੰ ਕੁਝ ਕਹਿਣਾ ਨਹੀਂ ਮੰਨਦੇ ਫਿਰ ਮੈਂ ਉਹਨਾਂ ਦਾ ਕੀ ਇਲਾਜ ਕਰਾਂ, ਐਵੇਂ ਕਹਿੰਦੇ ਆ। ਭਗਤ ਕਬੀਰ ਸਾਹਿਬ ਜੀ ਜਿਹੜੇ ਆ, ਉਹਨਾਂ ਦਾ ਸੁਭਾਅ ਕੁਝ ਐਸਾ, ਹਰ ਭਗਤ ਦੀ ਤਾਸੀਰ ਵੱਖਰੀ ਹੁੰਦੀ ਆ। ਭਗਤ ਕਬੀਰ ਜੀ ਕਹਿਣ ਤੋਂ ਨਹੀਂ ਜਗਦੇ ਕੋਈ ਵੀ ਗੱਲ, ਭਾਵੇਂ ਸਾਹਮਣੇ ਕੋਈ ਹੋਵੇ। ਇਹ ਨਹੀਂ ਕਿ ਰਾਜਾ ਹੈ ਤੇ ਉਹ ਰਾਜੇ ਦੇ ਸਾਹਮਣੇ ਸੱਚ ਨਹੀਂ ਬੋਲਣਗੇ, ਉਹਨਾਂ ਨੇ ਡਰਨਾ ਨਹੀਂ, ਉਹਨਾਂ ਨੇ ਕਹਿ ਦੇਣਾ। ਜਿਹੜਾ ਇਹ ਵਾਕ ਹੈ ਨਾ, ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਓ, ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਇਹ ਵਾਕ ਭਗਤ ਕਬੀਰ ਜੀ ਦਾ ਹੈ। ਸੂਰਮਾ ਉਹ ਆ, ਯੋਧਾ ਉਹ ਆ, ਜਿਹੜਾ ਸੱਚ ਬੋਲਣ ਤੋਂ ਕਦੇ ਵੀ ਨਹੀਂ ਜੱਕਦਾ, ਸੱਚੀ ਗੱਲ ਕਹਿਣ ਤੋਂ। ਜੋ ਜਿਹਦੇ ਢਿੱਡ 'ਚ ਆ ਉਹੀ ਮੁੱਖ 'ਤੇ ਆ, ਜੋ ਮੁੱਖ 'ਤੇ ਆ ਉਹ ਢਿੱਡ 'ਚ ਆ, ਉਹ ਯੋਧਾ ਹੁੰਦਾ। ਸਰੀਰ ਕਰਕੇ ਜਿਹੜਾ ਬਲੀ ਆ, ਜ਼ਰੂਰੀ ਨਹੀਂ ਉਹਨੂੰ ਹੀ ਆਪਾਂ ਯੋਧਾ ਕਹੀਏ, ਸੱਚ ਬੋਲਣ ਵਾਲੇ ਯੋਧੇ ਹੁੰਦੇ ਆ। ਇੱਥੇ ਉਹ ਕਹਿ ਰਹੇ ਆ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਬਾਰੰਬਾਰਾ। ਬਹੁਤ ਸੋਹਣੀ ਪੰਗਤੀ ਹੈ ਭਗਤ ਜੀ ਦੀ। ਇਨਸਾਨ ਇੱਕ ਗੱਲ ਨੂੰ ਬਾਰ-ਬਾਰ ਸੋਚ ਸਕਦਾ। ਮੰਨ ਲਓ ਤੁਹਾਨੂੰ ਕੋਈ ਚਿੰਤਾ ਹੈ, ਆਪਣੇ 'ਤੇ ਤੁਸੀਂ ਸੋਚੋ ਤਾਂ ਵੱਧ ਸਮਝੋਗੇ। ਮੰਨ ਲਓ ਤੁਹਾਨੂੰ ਕਿਸੇ ਗੱਲ ਦੀ, ਭਗਤ ਜੀ ਕਹਿੰਦੇ ਕੋਈ ਚਿੰਤਾ, ਉਹਨੂੰ ਤੁਸੀਂ ਬਾਰੰਬਾਰਾ, ਉਹਨੂੰ ਰਿਪੀਟ ਵਿੱਚ ਯਾਦ ਕਰ ਸਕਦੇ ਹੋ, ਮੁੜ-ਮੁੜ ਚਿੰਤਾ ਕਰ ਸਕਦੇ ਹੋ। ਸਵੇਰੇ, ਦੁਪਹਿਰੇ, ਸ਼ਾਮ, ਸੌਣ ਤੋਂ ਪਹਿਲਾਂ, ਉੱਠਣ ਤੋਂ ਬਾਅਦ ਮੁੜ-ਮੁੜ ਕੇ ਉਹ ਚੀਜ਼ ਸੋਚ ਸਕਦੇ ਹੋ, ਪਰ ਨਾਮ ਨੂੰ ਤੁਸੀਂ ਰਿਪੀਟ ਨਹੀਂ ਕਰ ਸਕਦੇ। ਬੰਦੇ ਦੀ ਉਹ ਕਹਿ ਰਹੇ ਆ ਤਰਾਸ ਦੀ ਇਹ ਆ ਇਨਸਾਨ ਦੀ, ਉਹ ਆਪਦੀ ਚਿੰਤਾ ਨੂੰ ਤਾਂ ਮੁੜ-ਮੁੜ ਚੇਤੇ ਕਰ ਸਕਦਾ, ਪਰ ਰੱਬ ਦੇ ਨਾਮ ਨੂੰ ਚੇਤੇ ਨਹੀਂ ਕਰ ਸਕਦਾ ਮੁੜ-ਮੁੜ ਕੇ, ਉਹਨੂੰ ਔਖਾ ਲੱਗਦਾ। ਆਪਾਂ ਫਿਰ ਉਹ ਕਹਿੰਦੇ ਆ ਵਾਹਿਗੁਰੂ ਕਿਹਾ,
ਫੇਰ ਵਾਹਿਗੁਰੂ ਕਿਹਾ, ਫੇਰ ਵਾਹਿਗੁਰੂ ਕਿਹਾ। ਔਖਾ ਲੱਗਦਾ। ਹੁਣ ਮੈਨੂੰ ਕੋਈ ਟੈਨਸ਼ਨ ਆ, ਉਹਨੂੰ ਮੈਂ ਮੁੜ ਮੁੜ ਚੇਤੇ ਕਰੀ ਜਾਂਦਾ, ਫੇਰ ਚੇਤੇ ਕੀਤੀ, ਫੇਰ ਚੇਤੇ ਕੀਤੀ। ਤਾਂ ਇੱਥੇ ਬੰਦਾ ਧੋਖਾ ਖਾਂਦਾ। ਜਿਹੜੀਆਂ ਚਿੰਤਾਵਾਂ ਨੇ ਉਹਨਾਂ ਨੂੰ ਮੁੜ ਮੁੜ ਨਹੀਂ ਯਾਦ ਕਰਨਾ ਸੀ, ਯਾਦ ਰੱਬ ਨੂੰ ਕਰਨਾ ਸੀ। ਚੇਤੇ ਕਿਹਨੂੰ ਕਰਨਾ ਬੰਦੇ ਨੂੰ ਇਹੀ ਨਹੀਂ ਪਤਾ। ਭਗਤ ਕਬੀਰ ਜੀ ਕਹਿ ਰਹੇ ਆ, ਹਰ ਕਾ ਨਾਮ ਨਾ ਜਪਸ ਗਵਾਰਾ। ਉਹਨਾਂ ਨੇ ਗਵਾਰ ਲਿਖਿਆ। ਹੇ ਗਵਾਰ ਬੰਦੇ, ਗਵਾਰ ਤੋਂ ਭਾਵ ਹੇ ਮੂਰਖ ਬੰਦੇ, ਹੇ ਬੇਸਮਝ ਬੰਦੇ, ਹੇ ਨਾਦਾਨ ਬੰਦੇ, ਹੇ ਭਟਕੇ ਹੋਏ ਇਨਸਾਨ, ਤੂੰ ਰੱਬ ਦੇ ਨਾਮ ਨੂੰ ਕਿਉਂ ਨਹੀਂ ਚੇਤੇ ਕਰਦਾ? ਉਹਦੀ ਜਗ੍ਹਾ 'ਤੇ ਕਿਆ ਸੋਚੇ ਬਾਰੰਬਾਰ। ਤੂੰ ਮੁੜ ਮੁੜ ਹੋਰ ਚੀਜ਼ਾਂ ਨੂੰ ਕਿਉਂ ਸੋਚਦਾ ਰਹਿੰਦਾ? ਮੁੜ ਮੁੜ ਰਿਪੀਟ ਕਿਉਂ ਕਰਦਾ ਰਹਿੰਦਾ? ਇਵੇਂ ਗੱਲਾਂ ਤੇਰੇ ਅੰਦਰ ਜਦੋਂ ਇਹ ਰਿਪੀਟ ਹੁੰਦੀਆਂ ਰਹਿੰਦੀਆਂ, ਚਿੰਤਾ ਹੀ ਆਉਂਦੀ ਆ। ਇਵੇਂ ਤੂੰ ਜਦੋਂ ਬਾਣੀ ਪੜ੍ਹਦਾ, ਉਹਦੀ ਪੜ੍ਹੀ ਦਾ, ਉਹਦੀ ਸੁਣੀ ਦਾ ਕੋਈ ਲਾਭ ਨਹੀਂ। ਪੜ੍ਹੇ ਸੁਣੇ ਕਿਆ ਹੋਈ, ਇਹ ਹੁਕਮਨਾਮਾ ਅੱਜ ਦਾ। ਪੜ੍ਹੇ ਸੁਣੇ ਕਿਆ ਹੋਈ। ਇਸ ਤਰ੍ਹਾਂ ਬਾਣੀ ਪੜ੍ਹਨ ਨਾਲ ਤੇਰਾ ਸੁਭਾਅ ਬਿਲਕੁਲ ਚੇਂਜ ਨਹੀਂ ਹੋ ਸਕਦਾ, ਕੋਈ ਤਬਦੀਲੀ ਨਹੀਂ ਆਉਣੀ। ਅੱਜ ਗੁੱਸਾ ਓਨਾ, 50 ਸਾਲ ਬਾਅਦ ਵੇਖੀ ਓਨਾ ਹੀ ਰਹਿਣਾ। ਹੋ ਸਕਦਾ ਵੱਧ ਜੇ, ਘਟੇਗਾ ਨਹੀਂ ਜੇ ਇਵੇਂ ਬਾਣੀ ਪੜ੍ਹਨੀ ਆ। ਬਾਣੀ ਪੜ੍ਹ, ਭਾਵੇਂ ਥੋੜ੍ਹੀ ਪੜ੍ਹ, ਪਰ ਤੂੰ ਸ਼ੌਂਕ ਨਾ ਪੜ੍ਹ, ਉਹਦੇ ਵਿੱਚ ਤੇਰਾ ਸ਼ੌਂਕ ਹੋਵੇ। ਭਾਈ ਨੰਦ ਲਾਲ ਸਾਹਿਬ ਜੀ ਦੀ ਗਜ਼ਲ ਜਿਹੜੀ ਆ, ਆਪਾਂ ਚੌਥੀ ਗਜ਼ਲ 'ਤੇ ਪਹੁੰਚੇ ਹਾਂ। 60 ਤੋਂ ਵੱਧ ਗਜ਼ਲਾਂ, 60 ਤੋਂ ਵੱਧ। 2 ਮਹੀਨੇ ਇਹ ਹੋ ਸਕਦੀ ਹੈ ਇਹਦੀ ਕਥਾ। ਪੂਰੇ ਧਿਆਨ ਨਾਲ ਸਰਵਣ ਕਰੋ। ਫਾਰਸੀ ਵਿੱਚ ਆ, ਉਹਦੇ ਅਰਥ ਪੰਜਾਬੀ ਵਿੱਚ ਕੀ ਆ। ਫਾਰਸੀ ਕਹਿ ਵੀ ਦਈਏ ਤੇ ਸਮਝ ਨਹੀਂ ਆਉਣੀ। ਸੋ ਉਹਦੀਆਂ ਮੈਂ ਕਾਫੀ ਸਾਰੇ ਉਲੱਥੇ ਜਿਹੜੇ ਸੀ ਵਿਦਵਾਨਾਂ ਨੇ ਕੀਤੇ, ਉਹਨਾਂ ਨੂੰ ਖੋਜ ਕੇ ਜੋ ਮੈਨੂੰ ਲੱਗਾ ਕਿ ਇਹ ਅਰਥ ਸਾਰਥਕ ਆ, ਪੂਰੇ ਵਧੀਆ ਵਾ, ਸੰਗਤ ਵਿੱਚ ਰੱਖਣ ਵਾਲੇ ਵੱਧ ਖੋਜੀ ਆ, ਉਹਨਾਂ ਨੂੰ ਆਪਾਂ ਲੱਭਿਆ ਗੁਰੂ ਦੀ ਕਿਰਪਾ ਨਾਲ। ਉਹ ਆਪ ਜੀ ਸਰਵਣ ਕਰੋ। ਚੌਥੀ ਗਜ਼ਲ ਵਿੱਚ ਕਹਿ ਰਹੇ ਆ, ਇੱਕ ਸਾਖੀ ਵੀ ਕਹਿ ਰਹੇ ਆ। ਇਹ ਸਾਕੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿੰਦੇ ਆ ਸਾਕੀ। ਸਾਕੀ ਤਾਂ ਹੁਣ ਸ਼ਰਾਬ ਪਿਲਾਉਣ ਵਾਲੇ ਨੂੰ ਕਹਿੰਦੇ ਆ ਫਾਰਸੀ 'ਚ। ਜਿਹੜਾ ਲੋਕਾਂ ਨੂੰ ਸ਼ਰਾਬ ਪਿਆਉਂਦਾ ਉਹਨੂੰ ਸਾਕੀ ਕਹਿੰਦੇ ਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਨਾਮ ਦੀ ਸ਼ਰਾਬ ਆ, ਉਹ ਵੀ ਨਾਮ ਦੇ ਗੱਫੇ ਵਰਤਾਉਂਦੇ ਆ, ਤਾਂ ਉਹਨਾਂ ਨੇ ਸਾਕੀ ਸ਼ਬਦ ਲਿਆ। ਐ ਸਾਕੀ ਮੈਨੂੰ ਨਾਮ ਦਾ ਪਿਆਲਾ ਦੇ, ਤਾਂ ਕਿ ਮੇਰਾ ਦਿਲ ਰੰਗਿਆ ਜਾਵੇ। ਐ ਸਾਕੀ ਮੈਨੂੰ ਨਾਮ ਦਾ ਪਿਆਲਾ ਦੇ, ਜਿਹਦੇ ਕਰਕੇ ਮੇਰੇ ਦਿਲ ਨੂੰ ਵੀ ਰੰਗਤ ਹੋ ਜੇ। ਮਨਸੂਰ ਦੇ ਬੁੱਲਾਂ ਵਿੱਚੋਂ ਅਨਲ ਹੱਕ ਇਵੇਂ ਨਿਕਲਿਆ, ਜਿਵੇਂ ਬੋਤਲ ਕੁਲ-ਕੁਲ ਕਰਦੀ ਹੈ। ਸ਼ਰਾਬ ਦੀ ਬੋਤਲ ਵਿੱਚੋਂ ਜਦੋਂ ਸ਼ਰਾਬੀ ਲੋਕ ਜਿਹੜੇ ਗਲਾਸ ਵਿੱਚ ਸ਼ਰਾਬ ਪਾਉਂਦੇ ਆ, ਇੱਕ ਆਵਾਜ਼ ਆਉਂਦੀ ਆ। ਪਾਣੀ ਦੀ ਆਵਾਜ਼ ਵੀ ਇਵੇਂ ਆਉਂਦੀ ਆ। ਮਨਸੂਰ ਦੇ ਬੁੱਲਾਂ ਚੋਂ ਅਨਲ ਹੱਕ ਇਵੇਂ ਨਿਕਲਿਆ, ਜਿਵੇਂ ਸ਼ਰਾਬ ਦੀ ਬੋਤਲ ਵਿੱਚੋਂ ਸ਼ਰਾਬ ਜਦੋਂ ਬਾਹਰ ਆਉਂਦੀ ਆ, ਕੁਲ-ਕੁਲ ਕਰਦੀ ਆ। ਕਹਿਣ ਦਾ ਭਾਵ ਇਹ ਆ, ਮਨਸੂਰ ਕੌਣ ਸੀ? ਈਰਾਨ ਦੇ ਵਿੱਚ ਇੱਕ ਸੂਫੀ ਫਕੀਰ ਹੋਇਆ। ਇਹਨੇ ਬਹੁਤ ਸੱਚ ਬੋਲਿਆ, ਇਤਨਾ ਸੱਚ ਬੋਲਿਆ, ਧਰਮ ਦੇ ਭੇਖੀ ਲੋਕਾਂ ਨੂੰ ਮਨਜ਼ੂਰ ਨਾ ਹੋ ਸਕਿਆ। ਉਹਨਾਂ ਨੇ ਮਨਸੂਰ ਨੂੰ ਸੂਲੀ 'ਤੇ ਚੜ੍ਹਾਇਆ, ਨਾਲੇ ਰੋੜੇ ਮਾਰੇ। ਮਨਸੂਰ ਦਾ ਇੱਕ ਉਸਤਾਦ ਸੀ, ਗੁਰੂ ਸੀ, ਨਾਮ ਉਹਦਾ ਜਨੈਦ ਆਇਆ। ਜਨੈਦ ਨੇ ਕਿਹਾ, ਮਨਸੂਰ ਤੂੰ ਕਿਉਂ ਇਹਨਾਂ ਲੋਕਾਂ ਵਿੱਚ ਉਲਝਦਾ ਹੈ? ਤੂੰ ਨਾ ਕਹੇ ਅਨਲ ਹੱਕ। ਉਹ ਕਹਿਣ ਲੱਗਾ, ਮੈਂ ਤਾਂ ਕਹਿੰਦਾ ਹੀ ਨਹੀਂ ਅਨਲ ਹੱਕ। ਅਨਲ ਹੱਕ ਤੋਂ ਭਾਵ ਕੀ ਆ? ਹਰ ਬੰਦਾ ਪਰਮਾਤਮਾ ਦਾ ਸਰੂਪ ਹੈ, ਹਰ ਬੰਦਾ ਹੀ ਪਰਮਾਤਮਾ ਹੈ, ਆਤਮਾ ਹੀ ਪਰਮਾਤਮਾ ਹੈ। ਅਨਲ ਹੱਕ ਦੇ ਅਰਥ ਇਹ ਆ ਕਿ ਮੈਂ ਹੀ ਪਰਮਾਤਮਾ ਦਾ ਸਰੂਪ ਹਾਂ। ਬਾਣੀ ਵੀ ਇਹੀ ਕਹਿੰਦੀ ਹੈ। ਬੰਦੇ ਨੂੰ ਜੇ ਸਮਝ ਆ ਜੇ, ਉਹ ਪਰਮਾਤਮਾ ਜੈਸਾ ਹੋ ਜਾਏਗਾ। ਹਰ ਕਾ ਸੇਵਕ ਸੋ ਹਰ ਜਿਹਾ। ਬੰਦੇ ਨੂੰ ਨਾ ਸਮਝ ਆਵੇ, ਗਿਆਨ ਨਾ ਹੋਵੇ, ਉਹ ਸ਼ੈਤਾਨ ਹੀ ਆ, ਫਿਰ ਉਹ ਮੂਰਖ। ਉਹਨੇ ਆਪਣੀ ਪਰਿਕਰਮਾ ਕਰਨੀ ਸ਼ੁਰੂ ਕੀਤੀ। ਕਹਿੰਦਾ ਕਾਬੇ ਜਾਣ ਦੀ ਲੋੜ ਨਹੀਂ, ਬੰਦੇ ਦੇ ਅੰਦਰ ਹੀ ਰੱਬ ਆ। ਬਾਣੀ ਕਹਿੰਦੀ ਆ, ਹਰਮੰਦਰ ਇਹੋ ਸਰੀਰ ਹੈ। ਹਰਮੰਦਰ ਸਾਹਿਬ ਤਾਂ ਬੰਦੇ ਦਾ ਸਰੀਰ ਆ, ਅਸਲੀ ਹਰਮੰਦਰ। ਉਹ ਹਰਮੰਦਰ ਸਾਹਿਬ ਤੋਂ ਸਾਨੂੰ ਸੋਝੀ ਮਿਲਦੀ ਆ, ਸਰੀਰ ਹੀ ਹਰਮੰਦਰ।
ਅਸਲੀ ਹਰਮੰਦਰ ਸਾਹਿਬ ਬੰਦੇ ਦਾ ਅੰਦਰ, ਬੰਦੇ ਦੀ ਅੰਦਰ ਆਤਮਾ ਹੈ, ਬੰਦੇ ਦਾ ਸਰੀਰ ਆ ਜਿਹਦੇ ਵਿੱਚ ਆਤਮਾ ਰਹਿੰਦੀ ਹੈ। ਜਦੋਂ ਉਹਨੇ ਇੰਨਾ ਸੱਚ ਬੋਲਿਆ, ਜਨੈਦ ਉਹਨੂੰ ਕਹਿਣ ਲੱਗਾ ਤੂੰ ਇਸ ਤਰ੍ਹਾਂ ਨਾ ਕਰਿਆ ਕਰ, ਤੈਨੂੰ ਲੋਕ ਮਾਰ ਦੇਣਗੇ। ਉਹ ਕਹਿੰਦਾ ਕੋਈ ਨਹੀਂ, ਮੈਂ ਨਹੀਂ ਬੋਲਦਾ। ਮਸਤੀ ਇੰਨੀ ਸੀ ਨਾਮ ਦੀ, ਉਹ ਕਹਿੰਦਾ ਮੈਂ ਤਾਂ ਉਦੋਂ ਚੁੱਪ ਕਰ ਜਾਂਦਾ, ਮੇਰੇ ਅੰਦਰੋਂ ਕੋਈ ਹੋਰ ਖੁਦਾ ਬੋਲਦਾ। ਉਹਨੇ ਕਿਹਾ ਅਨਲ ਹੱਕ ਅਹਮ ਬਰਾ ਅਮਾਸਮੀ, ਇਹ ਸ਼ਬਦ ਵਰਤੇ, ਉਹਨੂੰ ਸੂਲੀ 'ਤੇ ਚੜ੍ਹਾਇਆ। ਲੋਕਾਂ ਨੇ ਉਹਦੇ ਰੋੜੇ ਮਾਰੇ। ਉਹਦਾ ਉਸਤਾਦ ਵੀ ਆ ਗਿਆ, ਉਹਦਾ ਗੁਰੂ ਵੀ ਆ ਗਿਆ। ਇਹੋ ਜਿਹੇ ਗੁਰੂ ਵੀ ਹੁੰਦੇ ਆ। ਉਹ ਫੁੱਲ ਲੈ ਆਇਆ, ਉਹ ਫੁੱਲ ਲੈ ਆਇਆ ਗੁਲਾਬ ਦਾ, ਉਹਨੇ ਮਨਸੂਰ ਦੇ ਫੁੱਲ ਮਾਰਿਆ। ਲੋਕਾਂ ਨੇ ਰੋੜੇ ਮਾਰੇ, ਮਨਸੂਰ ਹੱਸਦਾ ਸੀ, ਰੋਇਆ ਨਹੀਂ। ਉਹਦੇ ਗੁਰੂ ਨੇ, ਉਹਦੇ ਉਸਤਾਦ ਨੇ ਉਹਦੇ ਫੁੱਲ ਮਾਰਿਆ, ਉਹ ਰੋਇਆ। ਫਿਰ ਉਹ ਪੁੱਛਦੇ ਆ ਕਿ ਤੁਸੀਂ ਲੋਕਾਂ ਦੇ ਰੋੜੇ ਮਾਰਿਆਂ ਤੋਂ ਹੱਸਦੇ ਸੀ, ਫੁੱਲ ਮਾਰੇ ਤੋਂ ਰੋਏ। ਉਹਨੇ ਨਾਲੇ ਹਲਕਾ ਜਿਹਾ ਮਾਰਿਆ ਤਾਂ ਜੇ ਮੈਂ ਕੁਝ ਨਾ ਮਾਰਿਆ ਇਹਨਾਂ ਨੇ ਮੈਨੂੰ ਸੂਲੀ 'ਤੇ ਚੜ੍ਹਾ ਦੇਣਾ ਵੀ ਤੂੰ ਇਹਦੇ ਵਿਰੁੱਧ ਨਹੀਂ, ਇਹਦੇ ਖਿਲਾਫ ਨਹੀਂ ਹੈਗਾ, ਇਹਦੇ ਨਾਲ ਹੀ ਆ, ਤੂੰ ਵੀ ਦੋਸ਼ੀ ਆ। ਤਾਂ ਡਰਦੇ ਮਾਰੇ ਨੇ ਉਹਨੇ, ਗੁਰੂ ਨੇ ਉਹਦੇ ਗੁਲਾਬ ਮਾਰਿਆ, ਫੁੱਲ ਮਾਰੇ। ਮਨਸੂਰ ਕਹਿਣ ਲੱਗਾ ਮੈਂ ਰੋਣਾ ਪਤਾ ਕਿਉਂ ਆ? ਉਹ ਬੰਦੇ ਤਾਂ ਨਦਾਨ ਆ, ਅਣਜਾਣ ਆ ਸੱਚ ਤੋਂ, ਜਿਨ੍ਹਾਂ ਨੇ ਮੇਰੇ ਰੋੜੇ ਮਾਰੇ, ਉਹਨਾਂ ਨੂੰ ਤਾਂ ਪਤਾ ਹੀ ਨਹੀਂ। ਉਹਨਾਂ ਨੂੰ ਮਾਫ ਕੀਤਾ ਜਾ ਸਕਦਾ। ਗੁਰੂ ਤੂੰ ਮੇਰਾ ਗੁਰੂ ਸੀ, ਤੂੰ ਸੱਚ ਹੁੰਦੇ ਹੋਏ ਵੀ, ਸੱਚ ਜਾਣਦੇ ਹੋਏ ਵੀ ਸੱਚ ਤੋਂ ਪਰੇ ਰਿਹਾ। ਮੈਨੂੰ ਤਾਂ ਰੋਣ ਆ ਗਿਆ ਤੇਰੇ ਫੁੱਲ 'ਤੇ ਵੀ, ਤੇ ਤੂੰ ਸੱਚ ਨਹੀਂ ਬੋਲ ਸਕਦਾ, ਜਾਣਦੇ ਹੋਏ ਵੀ ਤੂੰ ਸੱਚ ਨਹੀਂ ਕਹਿ ਸਕਦਾ। ਇਹਨਾਂ ਨੂੰ ਮੈਂ ਮਾਫ ਕਰ ਦੂੰਗਾ। ਇਹਨਾਂ ਨੇ ਰੋੜੇ ਮਾਰੇ ਤਾਂ ਅਣਜਾਣ ਆ, ਇਹਨਾਂ ਨੂੰ ਪਤਾ ਹੀ ਨਹੀਂ, ਇਹ ਮੂਰਖ ਆ, ਭੋਲੇ ਆ। ਫਿਰ ਉਹਨੇ ਜਦੋਂ ਉਹਦੇ ਪੈਰ ਕੱਟੇ ਗਏ, ਮਨਸੂਰ ਨੂੰ ਬਹੁਤ ਜ਼ਿਆਦਾ ਤਕਲੀਫ ਦੇ ਕੇ ਮਾਰੀ। ਜਿਵੇਂ ਆਪਣੇ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਤੱਤੀ ਤਵੀ 'ਤੇ ਬਿਠਾਇਆ, ਸਿੰਘਾਂ ਨੂੰ ਚਰਖੜੀਆਂ 'ਤੇ ਚਾੜ੍ਹਿਆ। ਭਾਈ ਮਨੀ ਸਿੰਘ ਜੀ ਦੇ ਬੰਦ ਕੱਟੇ ਗਏ ਆ। ਅਤੇ ਨਨਕਾਣਾ ਸਾਹਿਬ ਦੇ ਸਾਕੇ ਸਮੇਂ ਭਾਈ ਲਛਮਣ ਸਿੰਘ ਜੀ ਧਾਰੋਵਾਲ ਜੰਡ ਨਾਲ ਬੰਨ੍ਹ ਕੇ ਉਹਨਾਂ ਨੂੰ ਜਿਉਂਦਿਆਂ ਨੂੰ ਸਾੜਿਆ ਗਿਆ। ਇਸ ਤਰ੍ਹਾਂ ਇੰਨਾ ਕੋਹ ਕੇ ਮਾਰਿਆ। ਮਨਸੂਰ ਦੇ ਪੈਰ ਵੱਢੇ ਗਏ, ਹੱਥ ਵੱਢੇ ਗਏ, ਲਹੂ ਲਹਾਨ ਸੀ। ਫਿਰ ਹੱਸਿਆ, ਫਿਰ ਹੱਸਿਆ, ਕਹਿੰਦਾ ਖੁਦਾ ਇਹ ਬੰਦੇ ਉਹਨੂੰ ਮਾਰਨ ਨੂੰ ਫਿਰਦੇ ਆ ਜਿਹੜਾ ਕਦੇ ਮਰ ਨਹੀਂ ਸਕਦਾ। ਭੋਲੇ ਆ। ਆਤਮਾ ਕਦੇ ਵੀ ਮਰਦੀ ਨਹੀਂ, ਕਦੇ ਵੀ ਨਹੀਂ ਮਰ ਸਕਦੀ। ਇਹ ਉਹਨੂੰ ਮਾਰਨ ਨੂੰ ਫਿਰਦੇ ਆ, ਮਨਸੂਰ ਨੂੰ, ਜਿਹੜਾ ਕਦੇ ਵੀ ਮਰ ਹੀ ਨਹੀਂ ਸਕਦਾ। ਕੌਣ ਮੁਆਰੇ ਕੌਣ ਮੁਆ, ਕੋਈ ਨਹੀਂ ਮਰਦਾ ਇੱਥੇ। ਚੀਜ਼ਾਂ ਦਾ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਰੂਪ ਬਦਲਦਾ। ਪਾਣੀ ਆਪਾਂ ਕਹਿੰਦੇ ਹਾਂ ਭਾਫ ਬਣ ਗਈ, ਉੱਡ ਗਿਆ ਹਵਾ 'ਚ, ਰੂਪ ਬਦਲਿਆ। ਮਰਿਆ ਕੁਝ ਨਹੀਂ, ਮਰਦਾ ਕੁਝ ਨਹੀਂ, ਰੂਪ ਬਦਲਦੇ ਆ, ਸਰੂਪ ਬਦਲਦੇ ਆ। ਮਰਦਾ ਇੱਥੇ ਕੁਝ ਵੀ ਨਹੀਂ, ਕਦੇ ਵੀ ਕੋਈ ਚੀਜ਼ ਖਤਮ ਨਹੀਂ ਹੁੰਦੀ। ਹਾਂ, ਜਿਵੇਂ ਇਵੇਂ ਕਹਿ ਸਕਦੇ ਹਾਂ ਰਿਸ਼ਤੇ ਕਦੇ ਵੀ ਟੁੱਟ ਕੇ ਖਤਮ ਨਹੀਂ ਹੁੰਦੇ, ਹੋਰ ਤਰ੍ਹਾਂ ਦੇ ਬਣ ਜਾਂਦੇ। ਆਪਾਂ ਕਹਿੰਦੇ ਮੇਰਾ ਰਿਸ਼ਤਾ ਖਤਮ ਹੋ ਗਿਆ, ਖਤਮ ਕੁਝ ਨਹੀਂ ਹੁੰਦਾ, ਚੀਜ਼ਾਂ ਹੋਰ ਤਰ੍ਹਾਂ ਦੀਆਂ ਬਣ ਜਾਂਦੀਆਂ। ਤਾਂ ਮਨਸੂਰ ਫਿਰ ਉਦੋਂ ਇਹੋ ਜਿਹੇ ਲੋਕਾਂ ਬਾਰੇ ਕਹਿ ਰਿਹਾ। ਭਾਈ ਨੰਦ ਲਾਲ ਜੀ ਚੌਥੀ ਗਜ਼ਲ ਵਿੱਚ ਕਹਿੰਦੇ ਆ, ਮਨਸੂਰ ਦੇ ਬੁੱਲ੍ਹਾਂ 'ਚੋਂ ਅਨਲ ਹੱਕ ਇਸ ਤਰ੍ਹਾਂ ਨਿਕਲਿਆ ਸੀ ਜਿਵੇਂ ਬੋਤਲ ਕੁੱਲ ਕਰਦੀ ਆ। ਦੁਨੀਆ ਦੀ ਕੋਈ ਸ਼ਰਾਬ ਇਹੋ ਜਿਹੀ ਝਾਲ ਨਹੀਂ ਰੱਖਦੀ ਜਿਹੜੀ ਨਾਮ ਦੇ ਵਿੱਚ ਮਸਤੀ ਆ। ਅਸਲੀ ਗੱਲ ਇੱਥੇ ਕਹਿੰਦੇ ਆ, ਦੁਨੀਆ ਦੀ ਕੋਈ ਵੀ ਡਰਿੰਕ ਆ, ਕੋਈ ਅਲਕੋਹਲ ਆ, ਕੋਈ ਵੀ ਸ਼ਰਾਬ ਆ, ਇਤਨੀ ਜ਼ਿਆਦਾ ਉਹਦੇ ਵਿੱਚ ਮਸਤੀ ਨਹੀਂ ਹੈਗੀ, ਇਤਨੀ ਝਾਲ ਨਹੀਂ ਹੈਗੀ। ਨਾਮ ਦੀ ਸ਼ਰਾਬ ਅੱਗੇ ਫਿੱਕੀ ਆ। ਇਸ ਕਰਕੇ ਇਹ ਬੰਦਿਆ, ਜੇਕਰ ਤੇਰੀ ਸਾਰੀ ਉਮਰ ਵੀ ਲੰਘ ਜਾਵੇ, ਤੂੰ ਬਜ਼ੁਰਗ ਵੀ ਹੋ ਜਾਏ, ਪਰ ਜੇ ਤੂੰ ਸ਼ੌਂਕ ਦੇ ਨਾਲ ਮਰਨ ਤੋਂ ਪਹਿਲਾਂ ਸ਼ੌਂਕ ਦੇ ਨਾਲ ਇੱਕ ਵਾਰ ਵਾਹਿਗੁਰੂ ਕਹਿ ਲਵੇਂ ਪੂਰੇ ਦਿਲ ਨਾਲ, ਇੱਥੇ ਹੀ ਤੈਨੂੰ ਸਭ ਕੁਝ ਮਿਲ ਜਾਏਗਾ। ਇੱਕ ਵਾਰ ਤੂੰ ਵਾਹਿਗੁਰੂ ਕਹਿ ਲਵੇਂ ਸ਼ੌਂਕ ਦੇ ਨਾਲ। ਪਰ ਬੰਦਾ ਸ਼ੌਂਕ ਨਾਲ ਕਹਿੰਦਾ ਨਹੀਂ, ਉੱਪਰੋਂ ਕਹਿੰਦਾ ਹੈ। ਫਿਰ ਸਮਝ ਲਈ ਇੱਥੇ ਹੀ ਤੈਨੂੰ ਸਾਰੀਆਂ ਖੁਸ਼ੀਆਂ ਨੇ। ਨੰਦ ਲਾਲ ਦੀਆਂ ਅੱਖਾਂ ਵੱਡੇ ਦਰਿਆ ਦੇ ਵਾਂਗ ਨੇ। ਨੰਦ ਲਾਲ ਦੀਆਂ ਅੱਖਾਂ ਵੱਡੇ ਦਰਿਆ ਦੇ ਵਾਂਗ ਬਣ ਚੁੱਕੀਆਂ ਨੇ। ਹੁਣ ਮੇਰੇ ਹਰ ਅਥਰੂ ਦੇ ਨਾਲ ਸੈਂਕੜੇ ਬਾਗ ਜਿਹੜੇ ਆ ਉਹ ਸਿੰਜੇ ਜਾ ਸਕਦੇ ਆ। ਦੁਨੀਆ ਦੇ ਸੈਂਕੜੇ ਬਾਗ ਆ,
ਹਜ਼ਾਰਾਂ ਹੀ ਬਾਗ ਬਗੀਚੇ ਆ, ਉਹਨਾਂ ਨੂੰ ਪਾਣੀ ਨਾਲ ਹਰਿਆ ਭਰਿਆ ਕੀਤਾ ਜਾ ਸਕਦਾ। ਉਹ ਪਾਣੀ ਮੇਰੀਆਂ ਅੱਖਾਂ ਦੇ ਹੰਝੂ ਆ। ਇਤਨਾ ਰੋਣਾ ਰੱਬ ਦੇ ਵਿਛੋੜੇ 'ਚ ਆਇਆ। ਸੈਂਕੜੇ ਬਾਗ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਇਹਨੂੰ ਬੈਰਾਗ ਕਹਿੰਦੇ। ਰੱਬ ਦੇ ਵਿਛੋੜੇ ਵਿੱਚ ਇਤਨਾ ਰੋਣਾ ਆ ਗਿਆ, ਦੁਨੀਆ ਦੇ ਸਾਰੇ ਤਮਾਮ ਬਾਗ, ਉਹਨਾਂ ਨੂੰ ਪਾਣੀ ਲਾਇਆ ਜਾ ਸਕਦਾ। ਇਹ ਕਹਿਣ ਵਾਲੇ ਭਾਈ ਨੰਦ ਲਾਲ ਜੀ ਆ। ਸੋ ਵੱਡੀ ਗੱਲ ਜਿਹੜੀ ਆ ਹੁਕਮਨਾਮੇ ਵਿੱਚ ਵੀ ਆਈ ਆ, ਗੁਰੂ ਪਿਆਰਿਓ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪਰਾਨਾ ਸੁਣੀਐ। ਜੇ ਤਾਂ ਉੱਪਰੋਂ ਪੜ੍ਹਨਾ, ਸਾਰੀ ਉਮਰ ਪੜ੍ਹੀ ਚੱਲੋ, ਕੋਈ ਵੀ ਫਰਕ ਨਹੀਂ। ਉਹ ਕਹਿ ਰਹੇ ਆ ਨਾ, ਭਾਵੇਂ ਤੇਰੀ ਸਾਰੀ ਉਮਰ ਲੰਘ ਜੇ, ਪਰ ਤੂੰ ਸ਼ੌਂਕ ਨਾਲ ਇੱਕ ਵਾਰ ਵਾਹਿਗੁਰੂ ਕਹਿ ਕੇ ਵੇਖ, ਸ਼ੌਂਕ ਨਾਲ, ਸੱਚੀ ਤੂੰ ਤੇਰੇ 'ਚ ਤਬਦੀਲੀ ਆਊ। ਪਰ ਬੰਦਾ ਕਹਿੰਦਾ ਸ਼ੌਂਕ ਨਾਲ ਨਹੀਂ ਹੈਗਾ। ਬੰਦੇ ਨੂੰ ਹੋਰ ਬੜੇ ਸ਼ੌਂਕ ਆ, ਕਿਸੇ ਨੂੰ ਵਧੀਆ ਖਾਣ ਪੀਣ ਦਾ ਸ਼ੌਂਕ ਆ, ਕਿਸੇ ਨੂੰ ਇੱਦਾਂ ਆਪਾਂ ਕੱਪੜੇ ਵਧੀਆ ਪਾਈਏ, ਦੂਜਿਆਂ ਦੇ ਸਾਹਮਣੇ ਆਪਾਂ ਦਿਖੀਏ ਚੰਗੇ। ਕਈ ਵਾਰ ਇਵੇਂ ਹੁੰਦਾ ਕਿ ਸਾਡੇ ਕੋਲ ਗੱਡੀ ਵਧੀਆ ਹੋਵੇ, ਇੱਦਾਂ ਦੇ ਸ਼ੌਂਕ ਆ। ਸ਼ੌਂਕ ਹੋਵੇ, ਸ਼ੌਂਕ ਦੇ ਵਿੱਚੋਂ ਵੱਡਾ ਸ਼ੌਂਕ ਅਤੇ ਚੰਗਾ ਸ਼ੌਂਕ ਬਸ ਦਿਲ ਨਾਲ ਵਾਹਿਗੁਰੂ ਕਹਿਣਾ ਹੈ। ਜੇ ਬੰਦਿਆ ਤੂੰ ਇਹ ਕਹਿ ਲਵੇਂਗਾ, ਸਮਝ ਲਈ ਤੇਰੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਹੋ ਗਿਆ। ਅਖੀਰਲੀਆਂ ਪੰਕਤੀਆਂ ਵਿੱਚ ਇਹੀ ਆਖਿਆ ਸੀ ਕਿ ਮੈਂ ਲੋਕਾਂ ਨੂੰ ਸਮਝਾਉਣਾ, ਨਹੀਂ ਸਮਝਦੇ, ਮਨ ਮਾਨੇ ਲੋਗ ਨਾ ਭਤੀਜੈ, ਨਾ ਭਤੀਜੈ ਤੋ ਕਿਆ ਕੀਜੈ। ਕਬੀਰ ਸਾਹਿਬ ਜੀ ਕਹਿੰਦੇ ਮੈਂ ਜੇ ਸੱਚ ਕਹਿਣਾ, ਉਹ ਨਹੀਂ ਸੁਣਦੇ, ਫਿਰ ਇਹਦੇ ਵਿੱਚ ਸੱਚ ਦਾ ਕੋਈ ਕਸੂਰ ਨਹੀਂ। ਉਹ ਨਹੀਂ ਸੁਣਦੇ ਤਾਂ ਉਹਨਾਂ ਦੀ ਇੱਛਾ, ਉਹਨਾਂ ਦੀ ਮਰਜ਼ੀ ਆ। ਤਾਂ ਇਸ ਕਰਕੇ ਮੈਂ ਆਪਣੇ ਵੱਲੋਂ ਸੱਚ ਕਹਿ ਦਿੱਤਾ ਹੈ। ਭਗਤ ਕਬੀਰ ਜੀ ਕਹਿੰਦੇ। ਇਸ ਕਰਕੇ ਗੁਰੂ ਪਿਆਰੀ ਸੰਗਤ ਜੀ, ਜਿੰਨੀ ਵੀ ਤੁਸੀਂ ਬਾਣੀ ਪੜ੍ਹਨੀ ਹੁੰਦੀ ਆ, ਚਾਹੇ 2 ਮਿੰਟ ਪੜ੍ਹੋ। ਇਹ ਨਹੀਂ ਕਿ ਤੁਸੀਂ 2 ਘੰਟੇ ਪੜ੍ਹੋ। ਸ਼ੁਰੂ 2 ਮਿੰਟ 1 ਮਿੰਟ ਤੋਂ ਕਰੋ। ਉਹਦੇ ਵਿੱਚ ਦਿਲ ਲੈ ਕੇ ਆਓ ਆਪਦਾ, ਉਹਦੇ ਵਿੱਚ ਮਨ ਲੈ ਕੇ ਆਓ ਥੋੜ੍ਹਾ ਆਪਦਾ, ਉਹਦੇ ਵਿੱਚ ਸ਼ੌਂਕ ਲਿਆਓ। ਸ਼ੌਂਕ ਨਾਲ ਪੜ੍ਹੋ। ਤੁਸੀਂ ਵੇਖੋਗੇ ਸ਼ੌਂਕ ਨਾਲ ਪੜ੍ਹਨ ਲੱਗ ਗਏ ਨਾ, ਤਬਦੀਲੀ ਆਊਗੀ। ਤਬਦੀਲੀ ਕਿਸੇ 'ਚ ਨਹੀਂ ਹੋਣੀ, ਤੁਹਾਡੇ 'ਚ ਆਊਗੀ। ਮਨ ਜੀਤੈ ਜਗ ਜੀਤ ਆ। ਤੁਹਾਡਾ ਸੁਭਾਅ ਬਦਲੂਗਾ, ਜ਼ਰੂਰ ਬਦਲੂਗਾ। ਕ੍ਰੋਧ ਘਟ ਜੂਗਾ, ਸ਼ਾਂਤੀ ਆਊ, ਮਨ ਨੂੰ ਚੈਨ ਆਊਗਾ, ਵਧੀਆ ਬੱਚਿਆਂ ਵਾਲੀ ਨੀਂਦ ਆਊਗੀ। ਜੇ ਤੁਸੀਂ ਸ਼ੌਂਕ ਨਾਲ ਵਾਹਿਗੁਰੂ ਕਹੋਗੇ, ਉੱਪਰੋਂ ਨਾ ਕਹੋ ਕਦੇ ਵੀ ਇਹ ਕੰਮ ਨਾ ਕਰਨਾ। ਇਹਨੂੰ ਬਾਣੀ ਬਹੁਤ ਮਾੜਾ ਕਹਿੰਦੀ ਆ, ਇਹਨੂੰ ਬੱਧਾ ਚੱਟੀ ਕਹਿੰਦੀ ਆ, ਇਹਨੂੰ ਵਿਖਾਵਾ ਕਹਿੰਦੀ ਹੈ, ਇਹਨੂੰ ਭੇਖ ਕਹਿੰਦੀ ਆ। ਬੜਾ ਕੁਝ ਲਿਖਿਆ ਬਾਣੀ 'ਚ। ਵਾਹਿਗੁਰੂ ਵਾਹਿਗੁਰੂ ਕਹਿਣ ਵਾਲੇ, ਉੱਪਰੋਂ ਕਹਿਣ ਵਾਲੇ ਇੱਥੇ ਹੀ ਰਹਿ ਗਏ ਸੀ, ਕਿਤੇ ਨਹੀਂ ਜਾ ਪਾਏ। ਦਿਲ ਤੋਂ ਜਿਹਨੇ ਇੱਕ ਵਾਰ ਕਿਹਾ, ਦਿਲ ਤੋਂ ਜਿਹਨੇ ਇੱਕ ਵਾਰ ਇੱਕ ਅੱਖਰ ਵੀ ਵਸਾਲਿਆ, ਉਹਦਾ ਭਲਾ ਹੋ ਗਿਆ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਭੁੱਲ ਚੁੱਕਦੀ ਖਿਮਾ ਜੀ। ਐਸੇ ਪਿਆਰੇ ਭਾਈ ਨੰਦ ਲਾਲ ਜੀ ਦੀ ਸ਼ਾਨ ਅਤੇ ਉਹ ਮਨਸੂਰ ਜਿਹੜੇ ਹੋਏ ਸੂਫੀ ਫਕੀਰ, ਉਹਨਾਂ ਦੀ ਸ਼ਾਨ ਬਹੁਤ ਉੱਚੀ ਹੈ ਜੀ। ਬੋਲਦੇ ਆ ਇੱਕ ਨਹੀਂ, ਬਹੁਤ ਭੁੱਲਾਂ ਹੋ ਗਈਆਂ ਹਨ। ਗੁਰੂ ਦੀ ਸੰਗਤ ਤੇ ਸਤਿਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਲੈਣ। ਆਓ 1 ਮਿੰਟ ਵਾਸਤੇ ਦੁਨੀਆ ਦੇ ਸਾਰੇ ਬਾਕੀ ਜੋ ਅੰਦਰ ਚੱਲਦਾ ਭੁੱਲ ਕੇ, ਭੁਲਾ ਕੇ ਵਾਹਿਗੁਰੂ ਕਹਿ ਲਈਏ। ਇਹਦੇ ਵਿੱਚ ਹੀ ਸਭ ਦਾ ਭਲਾ ਹੈ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।